ਬੜਾ ਲੰਮਾ ਸਮਾਂ ਚਰਚਾ ਦੇ ਵਿੱਚ ਰਹੇ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ। ਉਹਦੀ ਚਰਚਾ ਕਹਿਣ ਦਾ ਭਾਵ ਕਿ ਚਰਚਾ ਦਾ ਇੱਕ ਹਿੱਸਾ ਪਾਰਲੀਮੈਂਟ ਦੇ ਵਿੱਚ ਇੱਕ ਵਾਰ ਫੇਰ ਗੂੰਜਿਆ। ਕਿਸ ਤਰ੍ਹਾਂ ਦੀ ਉਹ ਗੱਲਬਾਤ ਹੋਈ ਹੈ ਤੇ ਸਰਕਾਰ ਵੱਲੋਂ ਇਸ ਮਤੇ ਦੇ ਸਬੰਧ ਦੇ ਵਿੱਚ ਕਿਸ ਤਰ੍ਹਾਂ ਦੀ ਸਫਾਈ ਦਿੱਤੀ ਗਈ ਹੈ, ਇਸ ਉੱਤੇ ਚਰਚਾ ਕਰਾਂਗੇ। ਤੇ ਨਾਲ ਵਾਹਗਾ ਬਾਰਡਰ ਖੋਲ੍ਹਣ ਦੀ ਜਿਹੜੀ ਲੰਮੇ ਸਮੇਂ ਤੋਂ ਇੱਕ ਮੰਗ ਵਾਰ-ਵਾਰ ਉੱਠਦੀ ਰਹਿੰਦੀ ਹੈ, ਉਹ ਵੀ ਕਹਿਣ ਦਾ ਭਾਵ ਕਿ ਰਾਜ ਸਭਾ ਦੇ ਵਿੱਚ ਫਿਰ ਚਰਚਾ ਦਾ ਹਿੱਸਾ ਰਹੀ ਹੈ। ਅਜਿਹੇ ਸਾਰੇ ਮਾਮਲੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਜੁੜੇ ਨੇ ਉੱਘੇ ਸਿਆਸੀ ਚਿੰਤਕ ਤੇ ਲੇਖਕ ਡਾਕਟਰ ਭਗਵੰਤ ਸਿੰਘ ਜੀ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਵੈਲਕਮ, ਸਵਾਗਤ। ਬਹੁਤ ਬਹੁਤ ਸ਼ੁਕਰੀਆ ਭਿੰਡਰ ਸਾਹਿਬ, ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਸ਼੍ਰੋਮਣੀ ਅਕਾਲੀ ਦਲ ਤੇ ਅਨੰਦਪੁਰ ਸਾਹਿਬ ਦੇ ਮਤੇ ਦਾ ਆਪਸ ਦੇ ਵਿੱਚ ਗੂੜਾ ਸੰਬੰਧ ਹੈ, ਕਹਿੰਦਾ ਭਾਵ ਕਿ ਗੂੜਾ ਸੰਬੰਧ ਰਿਹਾ ਹੈ। ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਥਾਪਨਾ ਦਿਹਾੜਾ ਹੈ ਉਹ 14 ਦਸੰਬਰ ਨੂੰ ਹੈ। ਲਿਹਾਜ਼ਾ ਉਸ ਸਥਾਪਨਾ ਦਿਹਾੜੇ ਨੂੰ ਮਨਾਉਣ ਵਾਸਤੇ, ਕਿਉਂਕਿ ਅਕਾਲੀ ਦਲ ਹਰ ਸਾਲ ਅਕਾਲ ਤਖਤ ਵਿਖੇ ਅਜਿਹਾ ਸਥਾਪਨਾ ਦਿਵਸ ਮਨਾਉਂਦਾ ਧਾਰਮਿਕ ਲਿਹਾਜ਼ ਤੋਂ, ਤੇ ਅੱਜ ਵੀ ਸ੍ਰੀ ਦਰਬਾਰ ਸਾਹਿਬ ਸਮੂਹ ਅੰਮ੍ਰਿਤਸਰ ਵਿਖੇ ਜਿਹੜੇ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਨੇ। ਪਾਰਟੀ ਦੀ ਲੀਡਰਸ਼ਿਪ ਜਿਹਦੇ ਵਿੱਚ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਸਮੇਤ ਹੋਰ ਲੀਡਰਸ਼ਿਪ ਉੱਥੇ ਸਵੇਰੇ ਹਾਜ਼ਰੀ ਭਰਦੀ ਰਹੀ ਹੈ। ਖੈਰ, ਪਰਸੋਂ ਜਿਹੜਾ ਹੈ ਸਥਾਪਨਾ ਦਿਹਾੜਾ 14 ਨੂੰ, ਉਹਦੀ ਤਿਆਰੀ ਵੀ ਅਕਾਲੀ ਦਲ ਨੇ ਵੱਡੇ ਪੱਧਰ ਉੱਤੇ ਕੀਤੀ ਹੈ ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਹੋਣਗੀਆਂ, ਕੁਝ ਚਿੰਤਨ ਹੋਣਗੇ, ਕਿਉਂਕਿ ਅਕਾਲੀ ਦਲ ਦਾ ਇੱਕ ਪਿਛੋਕੜ ਵੀ ਹੈ ਕਿ ਅਜਿਹੇ ਪ੍ਰੋਗਰਾਮ ਉੱਤੇ ਕਈ ਤਰ੍ਹਾਂ ਦੇ ਮੰਥਨ ਵੀ ਹੁੰਦੇ ਆ। ਖਾਸ ਕਰਕੇ ਅਨੰਦਪੁਰ ਸਾਹਿਬ ਦੇ ਮਤੇ ਦਾ ਜ਼ਿਕਰ ਹੋਣਾ ਵੀ ਸੁਭਾਵਿਕ ਹੀ ਹੈ। ਪਰੰਤੂ ਜਿਹੜੀ ਤਾਜ਼ਾ ਤਰੀਨ ਕਿ ਪਾਰਲੀਮੈਂਟ ਦੇ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦੀ ਕਿਸ ਲਿਹਾਜ਼ ਤੋਂ ਗੱਲ ਹੋਈ ਹੈ, ਸਰਕਾਰ ਨੂੰ ਜਵਾਬ ਦੇਣਾ ਪਿਆ। ਡਾਕਟਰ ਸਾਹਿਬ, ਇਹ ਸਾਰਾ ਮਾਮਲਾ ਕੀ ਹੈ? ਭਿੰਡਰ ਸਾਹਿਬ, ਜਿਸ ਤਰ੍ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਨੇ ਪਾਰਲੀਮੈਂਟ ਦੇ ਵਿੱਚ ਇਹ ਸਵਾਲ ਕੀਤਾ ਕਿ NCERT ਦੀਆਂ ਪੁਸਤਕਾਂ ਦੇ ਵਿੱਚ ਕੀ ਅਨੰਦਪੁਰ ਦੇ ਮਤੇ ਨੂੰ ਪੋਲੀਟੀਕਲ ਰਾਜਸੀ ਦਸਤਾਵੇਜ਼ ਦੇ ਤੌਰ ਤੇ ਸ਼ਾਮਲ ਕੀਤਾ ਗਿਆ, ਇਹਦੀ ਵਿਆਖਿਆ ਕੀਤੀ ਗਈ ਹੈ। ਇਸ ਦੇ ਸੰਬੰਧ ਦੇ ਵਿੱਚ ਜਵਾਬ ਦੇ ਵਿੱਚ ਕੇਂਦਰ ਦੇ ਮੰਤਰੀ ਨੇ ਜਵਾਬ ਦਿੱਤਾ ਕਿ ਇਸ ਤਰ੍ਹਾਂ ਦੀ ਇਹਦੀ ਕੋਈ ਵਿਆਖਿਆ ਨਹੀਂ ਦਿੱਤੀ ਗਈ। ਬੇਸ਼ੱਕ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਹ ਉਠਾਇਆ ਕਿ ਜਿਸ ਦਸਤਾਵੇਜ਼ ਦੇ ਬਾਰੇ ਸੰਬੰਧ ਦੇ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਉਸ ਸਮੇਂ ਦੇ ਪ੍ਰਧਾਨ ਅਤੇ ਉਸ ਸਮੇਂ ਦੇ ਤਤਕਾਲੀ ਪ੍ਰਧਾਨ ਮੰਤਰੀ ਦੇ ਦਸਤਖਤ ਕੀਤੇ ਹੋਏ ਸਨ, ਤੇ ਇਹ ਉਦੋਂ ਨਿਸ਼ਚਿਤ ਕੀਤਾ ਗਿਆ ਸੀ ਕਿ ਇਸ ਨੂੰ ਰਾਜਸੀ ਦਸਤਾਵੇਜ਼ ਦੇ ਤੌਰ ਤੇ ਸਕੂਲਾਂ ਦੀ ਸਿੱਖਿਆ ਦੇ ਵਿੱਚ ਇਹ ਸ਼ਾਮਲ ਕੀਤਾ ਜਾਵੇਗਾ ਅਤੇ ਚੰਡੀਗੜ੍ਹ ਪੰਜਾਬ ਨੂੰ ਟ੍ਰਾਂਸਫਰ ਕੀਤਾ ਜਾਵੇਗਾ। ਪਰੰਤੂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ। ਇਹ ਸਵਾਲ ਦਾ ਜਵਾਬ ਕੇਂਦਰੀ ਮੰਤਰੀ ਐਜੂਕੇਸ਼ਨ ਮੰਤਰੀ ਨੇ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਤੇ ਜਿਸ ਸੰਬੰਧੀ ਪਾਰਲੀਮੈਂਟ ਦੇ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦੀ ਇਹ ਚਰਚਾ ਹੋਣ ਦੇ ਵਿੱਚ ਆਈ। ਡਾਕਟਰ ਸਾਹਿਬ, ਇਹ ਪਿਛਲੇ ਦਿਨੀ ਕੋਈ ਚਰਚਾ ਚੱਲਦੀ ਰਹੀ ਸੀ ਇਹਦੇ ਉੱਤੇ, ਅਨੰਦਪੁਰ ਸਾਹਿਬ ਦੇ ਮਤੇ ਉੱਤੇ ਜਿਹੜਾ ਸਿਲੇਬਸ ਦਾ ਹਿੱਸਾ ਬਣਿਆ ਕਿ ਮਤਲਬ ਵੱਖਰੇ ਤੌਰ ਤੇ ਪੇਸ਼ਕਾਰੀ ਬੜੀ ਹੁੰਦੀ ਰਹੀ, ਤੇ ਸ਼ਾਇਦ ਬੀਬਾ ਹਰਸਿਮਰਤ ਕੌਰ ਬਾਦਲ ਨੇ ਤਾਂ ਹੀ ਕੇਂਦਰ ਸਰਕਾਰ ਤੋਂ ਸਫਾਈ ਲੈਣੀ ਮੁਨਾਸਬ ਸਮਝੀ। ਇਹ ਚਰਚਾ ਕਿਹੜੀ ਸੀ ਡਾਕਟਰ ਸਾਹਿਬ, ਕਿਹੜੀ ਉੱਠਦੀ ਰਹੀ ਸੀ? ਉਹ ਇਹੀ ਮਸਲਾ ਸੀ ਭਿੰਡਰ ਸਾਹਿਬ, ਕਿਉਂਕਿ ਜਦੋਂ ਤਤਕਾਲੀਨ ਪ੍ਰਧਾਨ ਮੰਤਰੀ ਦੇ ਨਾਲ ਅਕਾਲੀ ਦਲ ਦਾ ਸਮਝੌਤਾ ਹੋਇਆ ਸੀ, ਉਦੋਂ ਇਹ ਕਿਹਾ ਗਿਆ ਸੀ, ਇਹ ਯਕੀਨ ਦਿਵਾਇਆ ਗਿਆ ਸੀ ਕਿ ਅਨੰਦਪੁਰ ਸਾਹਿਬ ਦੇ ਮਤੇ ਨੂੰ ਰਾਜਸੀ ਦਸਤਾਵੇਜ਼ ਦੇ ਤੌਰ ਤੇ ਸ਼ਾਮਲ ਕਰਕੇ ਇਹਦੀ ਵਿਆਖਿਆ ਦਿੱਤੀ ਜਾਇਆ ਕਰੇਗੀ, ਪਰੰਤੂ ਉਹ ਨਹੀਂ ਦਿੱਤੀ ਗਈ, ਜਿਸ ਸੰਬੰਧੀ ਉਹਨਾਂ ਨੇ ਇਹ ਸਵਾਲ ਕੀਤਾ ਤੇ ਉਹਦਾ ਉਹਨਾਂ ਨੂੰ ਜਵਾਬ ਦਿੱਤਾ ਗਿਆ। ਸ਼ਾਇਦ ਡਾਕਟਰ ਸਾਹਿਬ ਇਹ ਵੀ ਸੀ ਕਿ ਇਹਨੂੰ ਮਤਲਬ ਵੱਖਰੇ ਰਾਜ ਦੀ ਮੰਗ ਦੇ ਨਾਲ ਜੋੜ ਕੇ ਇਸ ਦਸਤਾਵੇਜ਼ ਨੂੰ ਪੇਸ਼ ਕਰਨ ਦੀ ਵੀ ਪਿਛਲੇ ਸਮੇਂ ਚਰਚਾ ਚੱਲਦੀ ਰਹੀ, ਦੋਸ਼ ਲੱਗਦੇ ਰਹੇ, ਖਾਦਸਾ ਪ੍ਰਗਟਾਏ ਜਾਂਦੇ ਰਹੇ। ਜੀ ਬਿਲਕੁਲ, ਇਹ ਖਦਸ਼ੇ ਪ੍ਰਗਟਾਏ ਜਾਂਦੇ ਸੀ ਕਿ ਇਹਨੂੰ ਖਾਲਿਸਤਾਨ ਦੀ ਜਾਂ ਵੱਖਰੇ ਦੇਸ਼ ਦੀ ਮੰਗ ਦੇ ਨਾਲ ਜੋੜ ਕੇ ਪੇਸ਼ ਕੀਤਾ ਜਾ ਰਿਹਾ, ਪਰੰਤੂ ਕੇਂਦਰੀ ਮੰਤਰੀ ਵੱਲੋਂ ਦਿੱਤੇ ਗਏ ਜਵਾਬ ਦੇ ਵਿੱਚ ਇਹ ਸਪਸ਼ਟ ਕੀਤਾ ਗਿਆ ਕਿ ਇਸ ਨੂੰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਕਿ ਵੱਖਰੇ ਰਾਜ ਦੇ ਤੌਰ ਤੇ ਇਹਦੀ ਕੋਈ ਵਿਆਖਿਆ ਜਾਂ ਇਹਨੂੰ ਨਾਲ ਜੋੜ ਕੇ ਇਸ ਤਰ੍ਹਾਂ ਨਹੀਂ ਕਿਹਾ ਗਿਆ, ਇਹ ਉਹਨਾਂ ਨੇ ਸਪਸ਼ਟ ਕੀਤਾ ਹੈ। ਜੀ ਭਿੰਡਰ ਸਾਹਿਬ, ਬਿਲਕੁਲ ਡਾਕਟਰ ਸਾਹਿਬ, ਆਖਰ ਕੋਈ ਸਫਾਈ ਕਿਸੇ ਮੈਂਬਰ ਪਾਰਲੀਮੈਂਟ ਨੇ ਲਈ ਹੈ ਤੇ ਭਾਰਤ ਸਰਕਾਰ ਨੇ ਵੀ ਉਹ ਵਿਸਤਾਰਪੂਰਵਕ ਦਿੱਤੀ ਹੈ। ਅਤੇ ਦੀ ਗੱਲ ਕਰ ਰਹੇ ਹਾਂ ਤਾਂ ਉਹਦੇ ਵਿੱਚ ਕਈ ਤਰ੍ਹਾਂ ਦੀਆਂ, ਜਿੱਦਾਂ ਕਿ ਤੁਸੀਂ ਦੱਸਿਆ ਕਿ ਚੰਡੀਗੜ੍ਹ ਪੰਜਾਬ ਨੂੰ ਦੇਣਾ, ਜਿਹੜੇ ਪੰਜਾਬੀ ਬੋਲਦੇ ਇਲਾਕੇ ਸੀਗਾ ਉਹ ਵਾਪਸ ਪੰਜਾਬ ਨੂੰ ਦੇਣੇ ਸੀ। ਅਜਿਹੀਆਂ ਸਾਰੀਆਂ ਮੰਗਾਂ ਕਹਿੰਦਾ ਭਾਵ ਕਿ ਵਿੱਚ ਵਿਚਾਲੀ ਖੜੀਆਂ ਨੇ, ਤੇ ਦੋ ਉਸ ਵੇਲੇ
ਸ਼ਖਸੀਅਤਾਂ ਤਤਕਾਲੀਨ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਅਕਾਲੀ ਦਲ ਦੇ ਉਸ ਵੇਲੇ ਦੇ ਪ੍ਰਧਾਨ ਸਵਰਗੀ ਸੰਤ ਹਰਚੰਦ ਸਿੰਘ ਲੌਂਗੋਵਾਲ ਦਰਮਿਆਨ ਸਮਝੌਤਾ ਹੁੰਦਾ ਹੈ, ਸਾਈਨ ਹੁੰਦੇ ਹੈ। ਭਾਵੇਂ ਅੱਜ ਦੀ ਤਰੀਕ ਦੇ ਵਿੱਚ ਦੋਨੇ ਉਹ ਸ਼ਖਸੀਅਤਾਂ ਨਹੀਂ, ਪਰੰਤੂ ਉਹ ਸਮਝੌਤਾ ਪੜਾਅ ਪੜਾਅ ਖਤਮ ਹੋ ਚੁੱਕਾ ਹੈ। ਕੀ ਸ਼੍ਰੋਮਣੀ ਅਕਾਲੀ ਦਲ ਨੂੰ ਅਜਿਹਾ ਜਿਹੜਾ ਮਤਾ ਮੁੜ ਲਿਆਉਣ ਦੀ ਲੋੜ ਹੈ? ਕਿਉਂਕਿ ਉਹਦੀਆਂ ਜਿਹੜੀਆਂ ਮੰਗਾਂ ਨੇ ਉਹ ਵੱਧ ਵਿਚਾਲੇ ਖੜ ਗਈਆਂ ਨੇ, ਕਿਉਂਕਿ ਇਸ ਤੋਂ ਬਾਅਦ ਪੰਜਾਬ ਦੇ ਜਿਹੜੇ ਹਾਲਾਤ ਖਰਾਬ ਹੋਏ, ਮਾਹੌਲ ਕਾਲੇ ਦੌਰ ਵੱਲ ਪ੍ਰਵੇਸ਼ ਕਰ ਗਿਆ ਤੇ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਸੀ, ਉਹ ਜਿਹੜਾ ਸਮਝੌਤਾ ਹੋਇਆ ਉਹ ਵਿੱਚ ਵਿਚਾਲੇ ਅੱਗੇ ਖੜ ਗਿਆ। ਮਾਮਲਾ ਜਿਹੜਾ ਕਹਿੰਦਾ ਭਾਵ ਕਿ ਬਹੁਤ ਅੱਗੇ ਵਧਣਾ ਸੀ, ਉਹ ਕਿਤੇ ਬ੍ਰੇਕ ਲਗਾ ਚੁੱਕਾ ਹੈ। ਕੀ ਅਕਾਲੀ ਦਲ ਹੁਣ ਉਸ ਬ੍ਰੇਕ ਨੂੰ ਖੋਲੇਗਾ? ਕੀ ਡਾਕਟਰ ਸਾਹਿਬ ਤੁਹਾਡੇ ਹਿਸਾਬ ਨਾਲ? ਮੌਜੂਦਾ ਪ੍ਰਸਥਿਤੀਆਂ ਦੇ ਮੱਦੇ ਨਜ਼ਰ ਤਾਂ ਇਹੋ ਨਜ਼ਰ ਆ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਮੋੜਾ ਉਸ ਪਾਸੇ ਨੂੰ ਹੀ ਕੱਟ ਰਿਹਾ ਤੇ ਉਹਨਾਂ ਨੂੰ ਅਨੰਦਪੁਰ ਸਾਹਿਬ ਦੇ ਮਤੇ ਨੂੰ ਤੇ ਵੱਧ ਅਧਿਕਾਰਾਂ ਦੀ ਮੰਗ ਤੇ ਜੋ ਪੰਜਾਬ ਦੇ ਲਟਕਦੇ ਹੋਏ ਮਸਲੇ ਨੇ ਉਹਨਾਂ ਵੱਲ ਨੂੰ ਅਕਾਲੀ ਦਲ ਵੱਧ ਰਿਹਾ ਹੈ ਤੇ ਇਹੋ ਇਹਦੀ ਰਾਜਨੀਤੀ ਦਾ ਹਿੱਸਾ ਲੱਗ ਰਿਹਾ। ਜਿਹੜੀਆਂ ਪਿਛਲੇ ਸਮੇਂ ਦੀਆਂ ਜਿਹੜੀਆਂ ਗਤੀਵਿਧੀਆਂ ਜਾਂ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਉਹ ਸਾਹਮਣੇ ਆ ਰਹੀਆਂ ਨੇ। ਪਰ ਕਿਉਂਕਿ ਜਿੰਨਾ ਚਿਰ ਅਕਾਲੀ ਦਲ ਸੱਤਾ ਦੇ ਉੱਪਰ ਰਿਹਾ ਤੇ ਸੱਤਾ ਦਾ ਇਹਨਾਂ ਨੇ ਪੂਰਾ ਪ੍ਰਯੋਗ ਵੀ ਕੀਤਾ ਤੇ ਉਸ ਵੇਲੇ ਤੱਕ ਇਹ ਮੰਗਾਂ ਇੱਕ ਪਾਸੇ ਚਲੀਆਂ ਗਈਆਂ ਸਨ ਤੇ ਇਹਨਾਂ ਦੇ ਉੱਪਰ ਲਾਂਭੇ ਕਰ ਦਿੱਤੀ ਗਈਆਂ। ਕਹਿੰਦਾ ਭਾਵ ਇਹ ਮੰਗਾਂ ਨੂੰ ਕੀ ਸਮਝ ਲਿਆ ਗਿਆ ਕਿ ਇਹ ਸਾਡਾ ਇਹਨਾਂ ਨਾਲ ਕੋਈ ਵਾਹ ਵਾਸਤਾ ਨਹੀਂ ਕਿ ਪੰਜਾਬੀ ਬੋਲਦੇ ਇਲਾਕੇ ਅਸੀਂ ਲੈਣੇ ਆ, ਚੰਡੀਗੜ੍ਹ ਲੈਣਾ ਹੈ। ਡਾਕਟਰ ਸਾਹਿਬ ਕੀ ਉਸ ਸਮੇਂ ਅਕਾਲੀ ਦਲ ਸੱਤਾ ਦੇ ਨਸ਼ੇ ਦੇ ਵਿੱਚ ਇੰਨਾ ਚੂਰ ਰਿਹਾ ਕਿ ਇਹ ਮੰਗਾਂ ਨੂੰ ਇੱਕ ਸਾਈਡ ਤੇ ਰੱਖ ਦਿੱਤਾ ਗਿਆ ਬੰਦ ਕਮਰੇ ਦੇ ਵਿੱਚ? ਜੀ ਡਾਕਟਰ ਸਾਹਿਬ। ਭਿੰਡਰ ਸਾਹਿਬ, ਜਿਸ ਤਰ੍ਹਾਂ ਕਿ ਹੁੰਦਾ ਨਾ ਜਦੋਂ ਸੱਤਾ ਦੇ ਉੱਪਰ ਆ ਜਾਂਦਾ ਤਾਂ ਉਦੋਂ ਇਹ ਹੁੰਦਾ ਵੀ ਡਰ ਵੀ ਸਤਾਉਣ ਲੱਗ ਜਾਂਦਾ ਵੀ ਕਿਤੇ ਸੱਤਾ ਖੁੱਸ ਨਾ ਜਾਵੇ ਥੋੜੀ ਥੋੜੀ ਗੱਲ ਤੇ, ਵੀ ਕਿਤੇ ਕੇਂਦਰ ਨਾਰਾਜ਼ ਨਾ ਹੋ ਜਾਵੇ। ਹਾਲਾਂਕਿ ਕੇਂਦਰ ਦੇ ਵਿੱਚ ਵੀ ਇਹਨਾਂ ਦੀ ਭਾਈਵਾਲ ਪਾਰਟੀ ਦੀ ਸਰਕਾਰ ਸੀ, ਉਸ ਵੇਲੇ ਵੀ ਨਹੀਂ ਮਸਲਾ ਉਠਾਇਆ, ਵੱਧ ਅਧਿਕਾਰਾਂ ਦੀ ਗੱਲ ਨਹੀਂ ਕੀਤੀ ਤੇ ਆਪਣੀ ਸੱਤਾ ਦਾ ਵਰਤੋਂ ਕਰਦੇ ਰਹੇ, ਸੱਤਾ ਦੇ ਸੁੱਖ ਮਾਣਦੇ ਰਹੇ ਨੇ। ਤੇ ਇਹੋ ਹੀ ਕਾਰਨ ਹੈ ਕਿ ਅਕਾਲੀ ਦਲ ਦੀਆਂ ਨੀਤੀਆਂ ਦੇ ਵਿੱਚ ਵੀ ਕੁਝ ਫਰਕ ਪਿਆ ਸੀਗਾ। ਪਿਛਲੇ ਸਮੇਂ ਦੇ ਦੌਰਾਨ ਤੁਸੀਂ ਦੇਖਿਆ ਹੋਊਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿੱਚ ਸੀਗਾ ਤੇ ਆਪਣੀਆਂ ਚਿੰਤਨ ਮੀਟਿੰਗਾਂ ਸ਼ਿਮਲਾ ਕਿਤੇ ਗੋਆ ਕਰ ਰਹੇ ਨੇ, ਚਿੰਤਨ ਮੀਟਿੰਗਾਂ ਕਰ ਰਹੇ ਨੇ, ਜਦ ਕਿ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਸਾਹਿਬ ਦੇ ਵਿੱਚੋਂ ਗੁਰਦੁਆਰਿਆਂ ਦੀ ਆਜ਼ਾਦੀ ਦੇ ਵਿੱਚੋਂ ਪੈਦਾ ਹੋਇਆ ਅਕਾਲੀ ਦਲ ਸੀਗਾ, ਜਿਹੜਾ ਕਿ ਲੋਕਾਂ ਦੇ ਸੰਘਰਸ਼ ਦੇ ਵਿੱਚੋਂ ਉਪਜੀ ਹੋਈ ਪਾਰਟੀ ਸੀ ਤੇ ਇਹ ਕਿਸ ਪਾਸੇ ਨੂੰ ਚੱਲ ਪਿਆ ਸੀ ਕਿ ਉਦੋਂ ਕਾਰਪੋਰੇਟ ਜਗਤ ਦੀ ਤਰਜ਼ ਦੇ ਉੱਪਰ ਠੰਡੀਆਂ ਥਾਵਾਂ ਦੇ ਉੱਪਰ ਆਪਣਾ ਚਿੰਤਨ ਮੰਥਨ ਕਰਨ ਜਾ ਰਹੇ ਸੀ। ਤੇ ਵਿਚਾਰਵਾਨ ਤਾਂ ਇਹੋ ਕਹਿ ਰਹੇ ਨੇ ਕਿ ਜੇਕਰ ਚਿੰਤਨ ਮੰਥਨ ਵੀ ਹੈ ਤਾਂ ਗੁਰੂ ਘਰ ਦੇ ਵਿੱਚ ਹੋ ਸਕਦਾ ਸੀ, ਗੁਰਦੁਆਰਿਆਂ ਤੇ ਹੋ ਸਕਦਾ ਸੀ, ਕਿਸੇ ਤਖਤ ਦੇ ਉੱਪਰ ਹੋ ਸਕਦਾ ਸੀ, ਉੱਥੇ ਵੱਡੀ ਪੱਧਰ ਦੇ ਉੱਪਰ ਸੋਚ ਕੇ ਉਹ ਉਸ ਪੱਖ ਨੂੰ ਵੀ ਵਧਿਆ ਜਾ ਸਕਦਾ ਸੀ। ਪਰੰਤੂ ਉਦੋਂ ਅਕਾਲੀ ਦਲ ਨੂੰ ਸ਼ਾਇਦ ਸੱਤਾ ਦੇ ਵਿੱਚ ਜਾਂ ਉਹਨਾਂ ਦੇ ਸਲਾਹਕਾਰਾਂ ਨੇ ਇਸ ਤਰ੍ਹਾਂ ਦੇ ਤੇ ਸਾਰੀ ਪਾਰਟੀ ਉਦੋਂ ਜਦੋਂ ਕਿ ਪੂਰੀ ਤਰ੍ਹਾਂ ਇਕੱਠੀ ਪਾਰਟੀ ਸੀ ਸਾਰੇ, ਹੁਣ ਤਾਂ ਉਸ ਤੋਂ ਬਾਅਦ ਤਾਂ ਇੱਕ ਦੂਸਰੇ ਦੇ ਉੱਪਰ ਦੋਸ਼ ਵੀ ਲਾਏ ਜਾ ਰਹੇ ਨੇ, ਪਰੰਤੂ ਉਦੋਂ ਸਾਰੇ ਸੱਤਾ ਦਾ ਸੁੱਖ ਭੋਗ ਰਹੇ ਸਨ ਤੇ ਸਭ ਨੇ ਜਾ ਕੇ ਅਨੰਦਪੁਰ ਸਾਰਿਆਂ ਨੇ ਜਾ ਕੇ ਸ਼ਿਮਲੇ ਅਤੇ ਗੋਆ ਦਾ ਆਨੰਦ ਵੀ ਮਾਣਿਆਗਾ। ਉਸ ਵੇਲੇ ਲੋਕ ਮੁੱਦਿਆਂ ਤੋਂ, ਜਦ ਕਿ ਲੋਕਾਂ ਦੇ ਮੁੱਦਿਆਂ ਨੂੰ ਵਿਚਾਰਨਾ ਸੀ, ਪੰਜਾਬ ਦੇ ਮੁੱਦਿਆਂ ਨੂੰ ਵਿਚਾਰਨਾ ਸੀ, ਪੰਜਾਬ ਦੀ ਕਿਸਾਨੀ ਦੇ ਮੁੱਦਿਆਂ ਨੂੰ ਵਿਚਾਰਨਾ ਸੀ, ਪਰੰਤੂ ਉਹ ਇੱਕ ਕਾਰਪੋਰੇਟ ਜਗਤ ਦੇ ਤਰੀਕੇ ਦੇ ਨਾਲ ਉਸ ਤਰ੍ਹਾਂ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ, ਵੱਡੇ ਮਹਾਨਗਰਾਂ ਦੇ ਵਿੱਚ ਜਾ ਕੇ ਆਪਣਾ ਚਿੰਤਨ ਮੰਥਨ ਹੋਟਲਾਂ ਦੇ ਵਿੱਚ ਕਰ ਰਹੇ ਸੀ। ਤੇ ਉਹਦੇ ਤੋਂ ਹੁਣ ਲੱਗਦਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਖੁੱਸੀ ਹੋਈ ਜਿਹੜੀ ਰਾਜ ਸੱਤਾ ਹੈ ਉਹਨੂੰ ਪ੍ਰਾਪਤ ਕਰਨ ਦੇ ਲਈ ਉਹਨਾਂ ਨੂੰ ਫਿਰ ਆਪਣੇ ਵਿਰਾਸਤ, ਆਪਣੇ ਪਿਛੋਕੜ ਵੱਲ, ਆਪਣੇ ਇਤਿਹਾਸ ਵੱਲ ਝਾਤੀ ਮਾਰਨੀ ਪੈ ਰਹੀ ਹੈ ਤੇ ਉਹਨਾਂ ਜਿਹੜੀਆਂ ਮੱਦਾਂ ਨੇ ਜਾਂ ਜਿਹੜੇ ਮਸਲੇ ਨੇ ਉਹਨਾਂ ਨੂੰ ਫੇਰ ਲਿਆਉਣਾ ਪੈ ਰਿਹਾ ਹੈ। ਜੀ ਭਿੰਦਰ ਸਾਹਿਬ। ਡਾਕਟਰ ਸਾਹਿਬ, ਜਿੱਦਾਂ ਕਿ ਤੁਸੀਂ ਜ਼ਿਕਰ ਕੀਤਾ ਹੈ ਕਿ ਜਿਹੜੇ ਹੁਣ ਭਾਵੇਂ ਅਲੱਗ-ਅਲੱਗ ਉਹ ਅਕਾਲੀ ਆਗੂ ਪੈ ਗਏ ਨੇ, ਪਰੰਤੂ ਜਦੋਂ ਚਿੰਤਨ ਜਾਂ ਮੰਥਨ ਜਿਹੜਾ ਕਰਦੇ ਸੀ ਕਦੇ ਸ਼ਿਮਲੇ ਜਾਂ ਗੋਆ ਦੀਆਂ ਵਾਦੀਆਂ ਦੇ ਵਿੱਚ ਜਾ ਕੇ, ਸਮੁੰਦਰਾਂ ਦੇ ਕੰਢੇ ਉੱਤੇ, ਤਾਂ ਉਹ ਜਿਹੜੇ ਆਗੂ ਜਿਹੜੇ ਹੁਣ ਅਲੱਗ-ਥਲੱਗ ਨੇ ਉਦੋਂ ਵੀ ਸਾਰੇ ਇੱਕ ਸੀਗਾ, ਇੱਕ ਪਾਰਟੀ ਦੇ ਵਿੱਚ ਸੀ। ਉਹ ਕਿਹੜੇ-ਕਿਹੜੇ ਆਗੂਆਂ ਦਾ ਤੁਸੀਂ ਜ਼ਿਕਰ ਕਰਨਾ ਚਾਹੋਗੇ? ਭਿੰਡਰ ਸਾਹਿਬ, ਇਹ ਤਾਂ ਸਾਰੇ ਹੀ ਹੈ। ਜਦੋਂ ਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਤਾਂ ਚਲੇ ਗਏ ਸੀਗੇ, ਉਹਨਾਂ ਤੋਂ ਬਾਅਦ ਕਿਉਂਕਿ ਜਿਹੜੀ ਅਕਾਲੀ ਲੀਡਰਸ਼ਿਪ ਸੀ ਕਿਸੇ ਸਮੇਂ ਦੇ ਵਿੱਚ ਕਲੈਕਟਿਵ ਲੀਡਰਸ਼ਿਪ ਸੀ, ਪਰੰਤੂ ਉਹ ਤੋਂ ਬਾਅਦ ਕੇਂਦਰ ਹੁੰਦਾ ਗਿਆ, ਇੱਕ ਵਿਅਕਤੀ ਦੇ ਵਿਅਕਤੀਗਤ ਲੀਡਰਸ਼ਿਪ ਵਾਰੀ ਗਈ ਇੱਕ ਵਿਅਕਤੀ ਦੇ। ਉਹ ਤਾਂ ਠੀਕ ਹੈ ਡਾਕਟਰ ਸਾਹਿਬ, ਜਿਨ੍ਹਾਂ ਨੇ ਉਹ ਵਾਦੀਆਂ ਦਾ, ਗੋਆ ਦੀਆਂ ਵਾਦੀਆਂ, ਸਮੁੰਦਰਾਂ ਦੇ ਕੰਢੇ ਜਾਂ ਸ਼ਿਮਲੇ ਦੀਆਂ ਪਹਾੜੀਆਂ ਉੱਤੇ ਜਾ ਕੇ ਜਿਹੜਾ ਚਿੰਤਨ ਮੰਥਨ ਕੀਤਾ, ਜਿਨ੍ਹਾਂ ਦੇ ਵਿੱਚ ਕਿਹੜੇ-ਕਿਹੜੇ ਆਗੂ ਜਿਹੜੇ ਹੁਣ ਭਾਵੇਂ ਪਾਟੂ ਤਾੜ ਨੇ, ਅਲੱਗ-ਅਲੱਗ ਹੋਰ ਪਾਰਟੀਆਂ ਦੇ ਵਿੱਚ ਨੇ, ਕਿਹੜੇ-ਕਿਹੜੇ ਸ਼ਾਮਲ ਸਨ? ਸਮੇਂ ਤਾਂ ਭਿੰਡਰ ਸਾਹਿਬ ਜਿਸ ਤਰ੍ਹਾਂ ਸਾਰੇ ਸਾਹਮਣੇ ਸਨ, ਸਰਦਾਰ ਮਨਪ੍ਰੀਤ ਸਿੰਘ ਬਾਦਲ ਤੋਂ ਲਾ ਕੇ ਸਰਦਾਰ ਸੁਖਦੇਵ ਸਿੰਘ ਢੀਂਡਸਾ,
ਬ੍ਰਹਮਪੁਰਾ ਸਾਹਿਬ ਤੇ ਸਾਰੇ ਜੋ ਵੀ ਲੀਡਰਸ਼ਿਪ ਸੀ, ਜੋ ਉਸ ਸਮੇਂ ਦੀ ਅਕਾਲੀ ਲੀਡਰਸ਼ਿਪ ਸੀ, ਤਕੜੀ ਲੀਡਰਸ਼ਿਪ, ਵੱਡੀ ਲੀਡਰਸ਼ਿਪ ਸੀ, ਸਾਰੇ ਇਸ ਦੇ ਵਿੱਚ ਸ਼ਾਮਲ ਸੀ। ਪ੍ਰੇਮ ਸਿੰਘ ਚੰਦੂ ਮਾਜਰਾ ਤੇ ਤੋਂ ਲਾ ਕੇ ਸਾਰੀ ਲੀਡਰਸ਼ਿਪ ਉੱਥੇ। ਡਾਕਟਰ ਸਾਹਿਬ ਚਿੰਤਨ ਮੰਥਨ ਖੈਰ ਅਕਾਲੀ ਦਲ ਕਰਦਾ ਰਿਹਾ, ਤੇ ਅਕਾਲੀ ਦਲ ਨੇ ਇੱਕ ਅਜਿਹੀ ਤਰ੍ਹਾਂ ਦਾ ਵੀ ਐਲਾਨ ਇੱਕ ਵਾਰ ਕੀਤਾ ਕਿ ਅਸੀਂ 25 ਸਾਲ ਰਾਜ ਕਰਨਾ। ਖੈਰ ਉਹ ਸੁਪਨਾ ਪੂਰਾ ਨਹੀਂ ਹੋਇਆ, ਫਸ ਗਿਆ। ਤੇ ਜਿਹੜਾ ਹੁਣ ਚਿੰਤਨ ਮੰਥਨ ਅਕਾਲੀ ਦਲ ਕਰ ਰਿਹਾ, ਜਿੱਦਾਂ ਕਿ ਤੁਸੀਂ ਦੱਸਿਆ ਕਿ ਗੁਰੂ ਘਰਾਂ ਦੇ ਵਿੱਚ ਇੱਕ ਪਿਛੋਕੜ ਸੀ ਅਕਾਲੀ ਦਲ ਦਾ, ਵਿਚਾਰ ਕਰਨੇ, ਵਿਚਾਰ ਬਣਾਉਣੇ ਜਾਂ ਮਤੇ ਲਿਆਉਣੇ, ਗੁਰਮਤੇ ਕਰਨੇ। ਹੁਣ ਜਿਹੜਾ ਸਥਾਪਨਾ ਦਿਹਾੜਾ ਹੈ 14 ਦਸੰਬਰ ਨੂੰ, 103 ਸਾਲ ਅਕਾਲੀ ਦਲ ਦੀ ਜਿਹੜੀ ਉਮਰ ਹੋ ਰਹੀ ਹੈ, ਤਾਂ ਉਸ ਦੌਰਾਨ ਵਿਚਾਰਾਂ ਮੰਥਨ ਰੱਖਿਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਅਕਾਲੀ ਲੀਡਰਸ਼ਿਪ ਨਿੱਠ ਕੇ ਵਿਚਾਰਾਂ ਕਰੇਗੀ, ਤਕਰੀਰ ਹੋਏਗੀ। ਡਾਕਟਰ ਸਾਹਿਬ, ਕਿੱਦਾਂ ਦਾ ਤੁਸੀਂ ਮਾਹੌਲ ਦੇਖਣਾ ਚਾਹੁੰਦੇ ਹੋ ਕਿ ਕਿੱਦਾਂ ਦਾ ਰਵੇ ਜਿਹੜਾ ਅਕਾਲੀ ਦਲ ਦਾ ਸਥਾਪਨਾ ਦਿਹਾੜਾ ਹੈ 14 ਦਸੰਬਰ ਵਾਲਾ? ਭਿੰਡਰ ਸਾਹਿਬ, ਜਿਸ ਤਰ੍ਹਾਂ ਜੀ ਆਪਣੀਆਂ ਸ਼ਾਨਦਾਰ ਰਵਾਇਤਾਂ ਨੂੰ ਰਿਵਾਈਵ ਕਰਨਾ ਚਾਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ, ਜਿਸ ਤਰ੍ਹਾਂ ਕਿ ਪੁਰਾਣੇ ਜਥੇਦਾਰ, ਪੁਰਾਣੇ ਬਾਬੇ ਜਿਹੜੇ ਸੰਘਰਸ਼ ਕਰਦੇ ਸੀ, ਗੁਰੂ ਘਰ ਤੋਂ ਟੇਕ ਲੈ ਕੇ, ਗੁਰੂ ਦੀ ਓਟ ਆਸਰਾ ਲੈ ਕੇ, ਗੁਰੂ ਸਾਹਿਬ ਦੀ ਸਿਧਾਂਤਾਂ ਦੇ ਉੱਪਰ ਪਹਿਰਾ ਦੇਣ ਦੇ ਲਈ ਆਪਣਾ ਵਿਚਾਰ ਮੰਥਨ ਕਰਦੇ ਸੀਗੇ ਇੱਕ ਦੂਸਰੇ ਦੇ ਲਈ, ਨਾ ਕਿ ਇਹ ਇੱਕ ਦੂਸਰੇ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਕਰਦੇ ਸੀ। ਉਸ ਵੇਲੇ ਤਾਂ ਅਕਾਲੀ ਦਲ ਦਾ ਜਿਹੜਾ ਪਿਛਲਾ ਪਿਛੋਕੜ ਝਾਤੀ ਮਾਰੀਏ ਤਾਂ ਵੱਡੇ ਵੱਡੇ ਜਿਹੜੇ ਜਥੇਦਾਰ ਹੋਏ ਨੇ, ਪਿਛਲੇ ਕੁਰਬਾਨੀਆਂ ਕਰਨ ਵਾਲੇ ਜਥੇਦਾਰ ਸੀ, ਉਸ ਢੰਗ ਦਾ ਸ਼ਾਇਦ ਚਿੰਤਨ ਮੰਥਨ ਅਕਾਲੀ ਦਲ ਨੂੰ ਆਪਣੀ ਜਿਹੜੀ ਨਿਰਾਸ਼ਤਾ ਹੈ ਜਾਂ ਆਪਣੀ ਜਿਹੜੀ ਖੁਸ਼ੀ ਹੋਈ ਸੱਤਾ ਹੈ ਉਹਦੀ ਪ੍ਰਾਪਤੀ ਵੱਲ ਨੂੰ ਵਧਾ ਸਕਦਾ ਹੈ, ਜੇਕਰ ਆਪਣਾ ਆਪਾ ਤਿਆਗ ਕਰਕੇ ਆਪਣੀ ਹਉਮੈ ਨੂੰ ਛੱਡ ਕੇ ਸਰਬੱਤ ਦੇ ਭਲੇ ਵਾਲੇ ਰਾਹ ਦੇ ਉੱਪਰ ਪਿਆ ਜਾਵੇ। ਤੇ ਗੁਰੂ ਨਾਨਕ ਦਾ ਸਾਡੇ ਪਾਸ ਤਾਂ ਬਹੁਤ ਵੱਡਾ ਮਾਡਲ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਸਰਬੱਤ ਦੇ ਭਲੇ ਦਾ ਸੰਦੇਸ਼ ਦੇਣਾ। ਤੇ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਸ਼ੁਰੂਆਤ ਹੀ ਇੱਥੋਂ ਕੀਤੀ ਸੀ, ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਾਉਣ ਦੇ ਉੱਪਰੋਂ। ਤੇ ਇਸ ਤਰ੍ਹਾਂ ਪੰਜਾਬੀਆਂ ਨੂੰ ਵੀ ਆਪਣੇ ਜਿਹੜੀਆਂ ਸਮੱਸਿਆਵਾਂ ਤੇ ਉਹਨਾਂ ਤੋਂ ਨਿਜਾਤ ਮਿਲ ਸਕਦੀ ਹੈ ਜੀ ਭਿੰਡਰ ਸਾਹਿਬ। ਬਿਲਕੁਲ ਡਾਕਟਰ ਸਾਹਿਬ, ਤੁਹਾਡੇ ਕਹਿਣ ਦਾ ਭਾਵ ਕਿ ਅਕਾਲੀ ਦਲ ਅੱਗੇ ਤੋਂ ਜਿਹੜੀ ਗੋਆ ਵੱਲ ਨੂੰ ਜਾਂ ਸ਼ਿਮਲੇ ਨੂੰ ਜਿਹੜਾ ਮੰਥਨ ਕਰਨ ਜਾਣਾ, ਅਜਿਹੀ ਜਿਹੜੀ ਹੈ ਸੋਚ ਵਿਚਾਰ, ਉਹਨੂੰ ਤਿਆਗ ਕੇ ਜਿਹੜਾ ਚਿੰਤਨ ਮੰਥਨ ਹੈ ਉਹ ਗੁਰੂ ਘਰਾਂ ਤੱਕ ਸੀਮਤ ਕਰਨ। ਜੀ ਭਿੰਡਰ ਸਾਹਿਬ, ਇਹੋ ਹੀ ਹੈ ਸ਼ਕਤੀ, ਕਿਉਂਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸ਼ਕਤੀ ਹੈ, ਜਿਹੜੀ ਮਾਨਸਿਕਤਾ, ਸਿੱਖ ਮਾਨਸਿਕਤਾ ਨੂੰ ਸਮਝਣ ਦੀ ਜ਼ਰੂਰਤ ਹੈ, ਕਿਸਾਨੀ ਦੀ ਮਾਨਸਿਕਤਾ ਨੂੰ ਸਮਝਣ ਦੀ ਜ਼ਰੂਰਤ ਹੈ। ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸ਼ਕਤੀ ਹੈ, ਦੋ ਤਾਕਤਾਂ ਸੀ ਜਿਨ੍ਹਾਂ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਵੱਧਦਾ ਫੁੱਲਦਾ ਰਿਹਾ ਤੇ ਫੈਲਦਾ ਰਿਹਾ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਨੇ ਉਸ ਤੋਂ ਬਾਅਦ ਆਪਣੇ ਸਿਧਾਂਤ ਨੂੰ ਛੱਡ ਕੇ ਪੰਜਾਬੀ ਪਾਰਟੀ ਬਣਾਉਣ ਵੱਲ ਤੁਰ ਪਏ ਸਨ, ਤੇ ਉਹਦੇ ਵਿੱਚ ਉਹਨਾਂ ਨੇ ਸਾਰਾ ਦੇ ਦਰ ਖੋਲ ਦਿੱਤੇ। ਇਹ ਵੀ ਦੇਖਿਆ ਸੀ ਪੁਰਾਣੇ ਜਿਹੜੇ ਟਕਸਾਲੀ ਲੀਡਰ ਸੀ, ਜਿਹੜੇ ਜਥੇਦਾਰ ਸੀ, ਜਦੋਂ ਸ਼੍ਰੋਮਣੀ ਅਕਾਲੀ ਦਲ ਆਪਣੇ ਵੱਡੇ ਚਿੰਤਨ ਮੰਥਨ ਦੇ ਵਿੱਚ ਹੋਰ ਪਾਸੇ ਜਾਂਦਾ ਸੀ, ਉਹ ਫੋਟੋਆਂ ਲਿਆ ਕੇ ਦਿਖਾਉਂਦੇ ਹੁੰਦੇ ਸੀ ਵੀ ਅਸੀਂ ਤਾਂ ਦਰੀਆਂ ਵਿਛਾਉਣ ਜੋਗਰੇ ਰਹਿ ਗਏ ਤੇ ਹੁਣ ਅਕਾਲੀ ਦਲ ਦੇ ਉੱਪਰ ਕਾਬਜ਼ ਕਿਹੜੇ ਹੋ ਗਿਆ, ਰੋਡੇ ਭੋਡੇ ਹੋ ਗਏ। ਇਸ ਤਰ੍ਹਾਂ ਦੀਆਂ ਵੀ ਵਿਚਾਰਧਾਰਾਵਾਂ ਆਉਂਦੀਆਂ ਰਹਿੰਦੀਆਂ ਨੇਗੀਆਂ, ਚੱਲਦੀਆਂ ਰਹਿੰਦੀਆਂ ਨੇ। ਬੇਸ਼ੱਕ ਪੰਜਾਬ ਦੇ ਵਿੱਚੋਂ ਪੰਜਾਬੀਆਂ ਦੇ ਲਈ ਸਰਬੱਤ ਦੇ ਭਲੇ ਲਈ ਰਾਜ ਕਰਨਾ ਹੈ ਜਾਂ ਉਹਨਾਂ ਦੇ ਲਈ ਚਲਾਉਣਾ ਹੈ, ਤਾਂ ਉਹਦੇ ਲਈ ਪੰਜਾਬੀਆਂ ਨੂੰ ਨਾਲ ਲੈਣ ਦੀ ਜ਼ਰੂਰਤ ਹੈ, ਹਰ ਇੱਕ ਨੂੰ ਨਾਲ ਲੈਣ ਦੀ ਜ਼ਰੂਰਤ ਹੈ। ਪਰ ਬਿਲਕੁਲ ਡਾਕਟਰ ਸਾਹਿਬ, ਆਪਾਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰ ਰਹੇ ਸੀ, ਉਹਦੇ ਵਿੱਚ ਜਿੱਥੇ ਪੰਜਾਬ ਨਾਲ ਸੰਬੰਧਿਤ ਦਰਪੇਸ਼ ਮਸਲਿਆਂ ਉੱਤੇ ਕੇਂਦਰ ਤੋਂ ਮੰਗਾਂ ਦਾ ਇੱਕ ਚਾਰਟ ਤਿਆਰ ਕੀਤਾ ਗਿਆ ਸੀ 1973 ਦੇ ਵਿੱਚ, ਜਿਹੜਾ ਬਾਅਦ ਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਕਹਾਇਆ। ਕਹਿੰਦਾ ਭਾਵ ਕਿ ਸਿੱਖ ਮਸਲੇ ਵੀ ਸਨ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ, ਤੇ ਸਿੱਖ ਮਸਲਿਆਂ ਨੂੰ ਲੈ ਕੇ ਅਕਾਲੀ ਦਲ ਆਮ ਤੌਰ ਤੇ ਸ਼ੁਰੂ ਤੋਂ ਹੀ, ਕਿਉਂਕਿ ਸਿਧਾਂਤ ਹੀ ਅਜਿਹਾ ਇਸ ਪਾਰਟੀ ਦਾ ਨਾਲ ਲੈ ਕੇ ਤੁਰਦਾ ਹੈ। ਪਰੰਤੂ ਹੁਣ ਪਿਛਲੇ ਸਮੇਂ ਇੱਕ ਅਜਿਹਾ ਵੇਲਾ ਆਇਆ, ਜਿਵੇਂ ਬੇਅਦਬੀਆਂ ਦੀ ਕਾਂਡ, ਤਾਂ ਅਕਾਲੀ ਦਲ ਉੱਤੇ ਕਈ ਤਰ੍ਹਾਂ ਦੇ ਧਾਰਮਿਕ ਪੱਧਰ ਦੇ ਦੋਸ਼ ਵੀ ਲੱਗਦੇ ਰਹੇ। ਡਾਕਟਰ ਸਾਹਿਬ, ਉਹਨਾਂ ਨੂੰ ਕਿਵੇਂ ਤੁਸੀਂ ਦੇਖਦੇ ਹੋ? ਉਸ ਵੇਲੇ ਇਹ ਦੋਸ਼ ਉਦੋਂ ਲੱਗੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਸਰਕਾਰ ਸੀ, ਤੇ SGPC ਦੇ ਉੱਪਰ ਵੀ ਸ਼੍ਰੋਮਣੀ ਅਕਾਲੀ ਦਲ ਕਾਬਜ਼ ਸੀ। ਤੇ ਉਸ ਵੇਲੇ ਜਿਹੜੇ ਬੇਅਦਬੀਆਂ ਦੇ ਦੋਸ਼ ਲੱਗੇ, ਬੇਅਦਬੀਆਂ ਹੋਈਆਂ, ਤੇ ਉਸ ਸਮੇਂ ਜਿਹੜੇ SGPC ਦੇ ਉੱਪਰ ਵੀ ਇਲਜ਼ਾਮ ਲੱਗੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵਿੱਚ ਸ਼ਾਮਲ ਕੀਤਾ ਗਿਆ ਬੇਅਦਬੀਆਂ ਦੇ ਸੰਬੰਧਾਂ ਦੇ ਵਿੱਚ, ਜਾਂ ਉੱਥੇ ਇੱਕ ਖਾਸ ਡੇਰੇ ਦੇ ਮੁਖੀ ਨੂੰ ਮਾਫੀ ਦਿੱਤੀ ਗਈ, ਬਿਨਾਂ ਮੰਗੇ ਮਾਫੀ ਦਿੱਤੀ ਗਈ। ਫਿਰ ਉਸ ਨੂੰ ਜਸਟੀਫਾਈ ਕਰਨ ਦੇ ਲਈ ਕਰੋੜਾਂ ਰੁਪਏ ਦੇ SGPC ਤੋਂ ਇਸ਼ਤਿਹਾਰ ਵੀ ਦਿੱਤੇ ਗਏ। ਉਹਨੂੰ ਆਮ ਜਿਹੜੀ ਸਿੱਖ ਮਾਨਸਿਕਤਾ ਉਹਨਾਂ ਨੇ ਸਵੀਕਾਰ ਨਹੀਂ ਕੀਤਾ, ਤੇ ਉਹ ਹਾਲੇ ਵੀ ਉਹਨਾਂ ਦੇ
ਦਿਲਾਂ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਪਈ ਹੈ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਸਾਡੀ ਇੱਕੋ ਇੱਕ ਜਮਾਤ ਦੀ, ਜਿਹੜੀ ਇੱਕੋ ਇੱਕ ਜਥੇਬੰਦੀ ਸੀ ਜਿਹਦੇ ਉੱਪਰ ਅਸੀਂ ਪੂਰਾ ਮਾਣ ਕਰਦੇ ਸੀ, ਉਹ ਸਾਡੇ ਨਾਲ ਕਿਸ ਤਰ੍ਹਾਂ ਦਾ ਵਰਤਾਰਾ ਕਰ ਗਈ। ਇਹ ਮਾਨਸਿਕਤਾ ਹਾਲੇ ਵੀ ਲੋਕਾਂ ਦੇ ਚੇਤ ਤੇ ਅਚੇਤ ਮਨ ਦੇ ਵਿੱਚ ਇਹ ਪਈ ਹੈ। ਜਿਹੜੀਆਂ ਗੱਲਾਂ ਹੋਈਆਂ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਉਹ ਹਾਲੇ ਵੀ ਉਹਨਾਂ ਦੀ ਟੀਸ ਬਰਕਰਾਰ ਹੈ। ਜੀ ਭਿੰਦਰ ਸਾਹਿਬ। ਡਾਕਟਰ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵਜੂਦ ਹੈ, ਇਹ ਜੇਕਰ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਪੰਜਾਬ ਤੱਕ ਸੀਮਤ ਆਪਾਂ ਕਰਕੇ ਦੇਖੀਏ ਤਾਂ ਇਹ ਖੇਤਰੀ ਪਾਰਟੀ ਵਜੋਂ ਇਹ ਧਿਰ ਮਤਲਬ ਚੰਗੀ ਤਰ੍ਹਾਂ ਅੱਗੇ ਵਧ ਸਕੇਗੀ ਜਾਂ ਨੈਸ਼ਨਲ ਪਾਰਟੀ ਵਜੋਂ? ਭਾਵੇਂ ਕਿ ਪਿਛਲੇ ਸਮੇਂ ਅਕਾਲੀ ਦਲ ਨੇ ਨੈਸ਼ਨਲ ਪਾਰਟੀ ਹੋਣ ਦਾ ਕਈ ਵਾਰ ਦਾਅਵਾ ਵੀ ਕੀਤਾ ਤੇ ਪੰਜਾਬੋਂ ਬਾਹਰ ਜਿਵੇਂ ਕਿ ਉੱਤਰ ਪ੍ਰਦੇਸ਼ ਜਾਂ ਉੱਤਰਾਖੰਡ, ਰਾਜਸਥਾਨ, ਮਹਾਰਾਸ਼ਟਰ, ਹੋਰ ਕਈ ਰਾਜਾਂ ਦੇ ਵਿੱਚ ਆਪਣੀਆਂ ਇਕਾਈਆਂ ਸਥਾਪਿਤ ਕਰਨ ਦੇ ਯਤਨ ਵੀ ਕੀਤੇ ਤੇ ਇਹ ਵੀ ਕਈ ਵਾਰ ਐਲਾਨ ਹੋਏ ਕਿ ਬਾਹਰਲੀਆਂ ਰਾਜਾਂ ਦੇ ਵਿੱਚ ਵੀ ਅਕਾਲੀ ਦਲ ਚੋਣਾਂ ਲੜੇਗਾ। ਖੈਰ, ਕੁਝ ਇੱਕਾ ਦੁੱਕਾ ਹੀ ਘਟਨਾਵਾਂ ਅਜਿਹੀਆਂ ਸਾਹਮਣੇ ਆਈਆਂ, ਵਰਨਾ ਅਕਾਲੀ ਦਲ ਸੀਮਤ ਹੁੰਦਾ ਗਿਆ ਤੇ ਹੁਣ ਅਕਾਲੀ ਦਲ ਨੇ ਆਪਣੇ ਆਪ ਨੂੰ ਜਿਹੜਾ ਦਾਇਰਾ ਉਹ ਖੇਤਰੀ ਪਾਰਟੀ ਵਜੋਂ ਵਿਕਸਿਤ ਕਰਨ ਉੱਤੇ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ। ਖੇਤਰੀ ਪਾਰਟੀ ਤੇ ਅਕਾਲੀ ਦਲ ਦੋਨਾਂ ਦੇ ਵਿੱਚ ਤੁਸੀਂ ਮੇਲ ਸਮੇਲ ਕੀ ਸਮਝਦੇ ਹੋ ਜੀ ਡਾਕਟਰ ਸਾਹਿਬ? ਭਿੰਡਰ ਸਾਹਿਬ, ਜਿਸ ਤਰ੍ਹਾਂ ਕਿ ਦੂਸਰੀਆਂ ਜਿਹੜੀਆਂ ਪੰਜਾਬ ਦੇ ਵਿੱਚ ਪਾਰਟੀਆਂ ਨੇ, ਜਿਹੜੀ ਆਮ ਆਦਮੀ ਪਾਰਟੀ ਆ ਉਹ ਵੀ ਉਹਨਾਂ ਦੀ ਵੀ ਵੱਖਰੀਆਂ ਇਕਾਈਆਂ ਨੇ, ਉਹ ਉਹਨਾਂ ਦੀ ਇੱਕ ਹਾਈ ਕਮਾਂਡ ਹੈ। ਇਸੇ ਤਰ੍ਹਾਂ ਕਾਂਗਰਸ ਪਾਰਟੀ ਆ, ਉਹਦੀ ਵੱਖਰੀ ਹਾਈ ਕਮਾਂਡ ਆ, ਉਹਨਾਂ ਨੇ ਹੋਰ ਰਾਜਾਂ ਦੀ ਰਾਜਨੀਤੀ ਕਰਨੀ ਹੈ। ਭਾਰਤੀ ਜਨਤਾ ਪਾਰਟੀ ਆ, ਉਸਦੀ ਵੀ ਕੇਂਦਰੀ ਲੀਡਰਸ਼ਿਪ ਦੇ ਦੇਸ਼ ਦੇ ਵਿੱਚ ਰਾਜ ਹੈ ਤੇ ਹੋਰ ਰਾਜਾਂ ਦਾ ਵੀ ਉਹਨਾਂ ਨੇ, ਹਰਿਆਣੇ ਦੀ ਵੀ ਕਰਨੀ ਹੈ, ਰਾਜਸਥਾਨ ਦੀ ਵੀ ਕਰਨੀ ਹੈ। ਤੇ ਪਰੰਤੂ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਇਹ ਇੱਕੋ ਇੱਕ ਪਾਰਟੀ ਹੈ ਜਿਹੜੀ ਕਿ ਪੰਜਾਬ ਦੇ ਲਈ, ਪੰਜਾਬ ਦੇ ਹਿੱਤਾਂ ਲਈ, ਪੰਜਾਬ ਦੇ ਪਾਣੀਆਂ ਲਈ, ਪੰਜਾਬ ਦੀ ਭਾਸ਼ਾ ਲਈ, ਪੰਜਾਬ ਦੇ ਸੱਭਿਆਚਾਰ ਲਈ ਖੜ ਸਕਦੀ ਹੈ ਤੇ ਖੜਦੀ ਹੈ ਤੇ ਇਹਨੂੰ ਖੜਨਾ ਚਾਹੀਦਾ। ਇਹਦੀ ਰਾਜਨੀਤੀ ਇਹੀ ਹੈ, ਕਿਉਂਕਿ ਇਹਨਾਂ ਦਾ ਹੋਰ ਖੇਤਰ ਨਹੀਂ ਹੈ, ਹੋਰ ਸੂਬਿਆਂ ਦੇ ਵਿੱਚ ਇਹਨਾਂ ਦਾ ਕੋਈ ਉਹ ਨਹੀਂ ਹੈ। ਬੇਸ਼ੱਕ ਪਿਛਲੇ ਸਮੇਂ ਦੌਰਾਨ ਜਿਵੇਂ ਤੁਸੀਂ ਕਿਹਾ ਕਿ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਤਾਂ ਸਗੋਂ ਅੰਤਰਰਾਸ਼ਟਰੀ ਪਾਰਟੀ ਵੀ ਕਹਿਣ ਲੱਗ ਪਏ ਸਨ। ਵਿੱਚੋਂ ਕੁਝ ਲੀਡਰ ਐਸੇ ਸੀ ਵੀ ਕੌਮੀ ਪ੍ਰਧਾਨ ਆਪਣੇ ਆਪ ਨੂੰ, ਵਿੰਗਾਂ ਦੇ ਜਿਹੜੇ ਪ੍ਰਧਾਨ ਸੀ, ਆਪਣੇ ਆਪ ਨੂੰ ਕੌਮੀ ਪ੍ਰਧਾਨ ਤੱਕ ਕਹਿੰਦੀ ਜਾਂ ਅੰਤਰਰਾਸ਼ਟਰੀ ਪ੍ਰਧਾਨ ਤੱਕ ਵੀ ਕਹਾਉਂਦੇ। ਪਰੰਤੂ ਜਿਹੜੀਆਂ ਦਿੱਤੀਆਂ ਨੇ ਗਿਆ, ਜਿਹੜੀ ਜ਼ਮੀਨੀ ਹਕੀਕਤ ਇਹ ਹੈ ਕਿ ਪੰਜਾਬ ਦੇ ਵਿੱਚ ਹੀ ਇਹਨਾਂ ਦੀਆਂ ਜੜ੍ਹਾਂ ਨੇ ਜਿੱਥੋਂ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਚੱਲਦੀ ਹੈ ਤੇ ਇਸ ਦੇ ਕੀਤੀ ਜਾਂਦੀ। ਡਾਕਟਰ ਸਾਹਿਬ, ਜੇਕਰ ਕੋਈ ਪਾਰਟੀ ਕਹਿੰਦੀ ਹੈ ਕਿ ਅਸੀਂ ਖੇਤਰੀ ਪਾਰਟੀਆਂ, ਆਪਣੇ ਖੇਤਰ ਦੀ ਗੱਲ ਕਰਨੀ ਹੈ, ਖੇਤਰ ਦੇ ਫਿਰਕੇ ਦੀ, ਖੇਤਰ ਦੇ ਸਮਾਜ ਦੀ, ਧਰਮ ਦੀ, ਪਰੰਤੂ ਜੇਕਰ ਕਿਸੇ ਵੱਡੀ ਪਾਰਟੀ ਦੇ ਨਾਲ ਉਹ ਸਮਝੌਤਾ ਕਰਦੀ ਹੈ, ਗੱਠਜੋੜ ਕਰਦੀ ਹੈ, ਅਲਾਇੰਸ ਕਰਦੀ ਹੈ, ਤਾਂ ਫਿਰ ਖੇਤਰੀਪੁਣਾ ਤਾਂ ਬਹੁਤ ਮਨਫੀ ਜਿਹਾ ਬਣ ਕੇ ਸ਼ਬਦ ਰਹਿ ਜਾਂਦਾ। ਨਹੀਂ ਭਿੰਡਰ ਸਾਹਿਬ, ਇਹ ਨਹੀਂ ਹੈ, ਇਹ ਤਾਂ ਉਹਨਾਂ ਦੇ ਉੱਪਰ ਡਿਪੈਂਡ ਕਰਦਾ, ਉਹਨਾਂ ਦੀ ਇੱਛਾ ਸ਼ਕਤੀ ਦੇ ਉੱਪਰ ਡਿਪੈਂਡ ਕਰਦਾ, ਨਿਰਭਰ ਕਰਦਾ ਉਸ ਦੋ ਧਿਰਾਂ ਦੇ ਨਾਲ ਕਿਹਦੇ ਨਾਲ ਗੱਠਜੋੜ ਕਰਦੇ ਨੇ। ਉੱਥੇ ਆਪਣੀਆਂ ਸ਼ਰਤਾਂ ਵੀ ਤਾਂ ਰੱਖੀਆਂ ਜਾ ਸਕਦੀਆਂ ਨੇ, ਆਪਣਾ ਦਬਾਅ ਵੀ ਬਣਾਇਆ ਜਾ ਸਕਦਾ ਹੈ। ਜਿਸ ਤਰ੍ਹਾਂ ਕਿ ਦੇਖਿਆ ਜਾਵੇ ਤਾਂ 3 ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਦੇ ਲਈ ਕਿਸਾਨੀ ਨੇ ਐਡਾ ਵੱਡਾ ਅੰਦੋਲਨ ਲੜਿਆ ਤੇ ਆਪਦੇ ਐਡੀ ਵੱਡੀ ਸਰਕਾਰ ਨੂੰ ਝੁਕਾ ਲਿਆ, ਜਦਕਿ ਇਸ ਤੋਂ ਵੱਡੇ ਮਸਲੇ ਜਿਹੜੇ ਹੈਗੇ ਸੀ ਸਰਕਾਰ ਨੇ ਰੋਲ ਕੇ ਰੱਖ ਦਿੱਤੇ ਸੀ। ਕੇਂਦਰੀ ਸਰਕਾਰ ਨੇ ਪਿਛਲੇ ਸਮੇਂ ਦੌਰਾਨ, ਤੁਹਾਨੂੰ ਪਤਾ ਹੋਊਗਾ, ਕਿੱਡੇ ਮੋਰਚੇ ਲੱਗੇ, ਜਾਂ ਸ਼ਾਹੀਨ ਬਾਗ ਜਾਂ ਹੋਰ ਮੋਰਚਾ ਸੀ, ਸਾਰੇ ਰੋਲ ਦਿੱਤੇ ਸੀ। ਪਰੰਤੂ ਕਿਸਾਨੀ ਮੋਰਚਾ ਹੀ ਇੱਕੋ ਇੱਕ ਮੋਰਚਾ ਜਿਹੜਾ ਕਿ ਪੂਰੀ ਤਰ੍ਹਾਂ ਸਫਲ ਹੋਇਆ ਤੇ ਸਰਕਾਰ ਨੇ ਆਪਣੇ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ। ਇਹ ਇੱਛਾ ਸ਼ਕਤੀ ਦੇ ਉੱਪਰ ਨਿਰਭਰ ਕਰਦਾ, ਬਲਵਾਨ ਇੱਛਾ ਸ਼ਕਤੀ। ਡਾਕਟਰ ਸਾਹਿਬ, ਤੁਹਾਡੇ ਕਹਿਣ ਦਾ ਭਾਵ ਕਿ ਗੱਲਾਂ ਤੈਅ ਕਰਨੀਆਂ ਪੈਂਦੀਆਂ ਜਦੋਂ ਅਲਾਇੰਸ ਕਰਨਾ ਪੈਂਦਾ, ਸਮਝੌਤਾ ਕਰਨਾ ਪੈਂਦਾ, ਪਰੰਤੂ ਅਕਾਲੀ ਦਲ ਨੇ ਬੀਜੇਪੀ ਨੂੰ, ਭਾਰਤੀ ਜਨਤਾ ਪਾਰਟੀ ਨੂੰ ਜਦੋਂ ਪਹਿਲੀ ਵਾਰ ਆਪਣੀ ਸਿਆਸੀ ਮਦਦ ਦਾ ਐਲਾਨ ਕੀਤਾ, ਪ੍ਰਧਾਨ ਮੰਤਰੀ ਸਵਰਗੀ ਅਟਲ ਬਿਹਾਰੀ ਵਾਜਪਾਈ ਦੀ ਸਪੋਰਟ ਕੀਤੀ, ਕੁਝ ਦਿਨ ਹੀ ਉਦੋਂ ਸਰਕਾਰ ਭਾਵੇਂ ਚੱਲ ਸਕੀ ਸੀ। ਕਹਿੰਦਾ ਭਾਵ ਕਿ ਉਦੋਂ ਅਕਾਲੀ ਦਲ ਨੇ ਵੱਡੇ ਫਖਰ ਨਾਲ, ਇਹ ਵੱਡੇ ਆਗੂਆਂ ਦੇ ਵੱਡੇ ਬਿਆਨ ਆਏ ਕਿ ਅਸੀਂ ਬਿਨਾਂ ਸ਼ਰਤ ਇਹ ਜਿਹੜੀ ਹੈ ਬੀਜੇਪੀ ਨੂੰ ਸਪੋਰਟ ਦਿੱਤੀ ਹੈ। ਕਹਿੰਦਾ ਭਾਵ ਕਿ ਅਕਾਲੀ ਦਲ ਤਾਂ ਖੁਦ ਕਹਿੰਦਾ ਕਿ ਅਸੀਂ ਕੋਈ ਸ਼ਰਤ ਨਹੀਂ ਰੱਖੀ। ਭਿੰਡਰ ਸਾਹਿਬ, ਉਸ ਵੇਲੇ ਜਿਹੜਾ ਅਕਾਲੀ ਦਲ ਦਾ ਅੰਦਰਲਾ ਕ੍ਰਾਈਸਿਸ ਇਹ ਸੀ, ਉਸ ਵੇਲੇ ਟੌਪ ਲੀਡਰਸ਼ਿਪ ਜਿਹੜੀ ਆਪਣੇ ਕ੍ਰਾਈਸਿਸ ਦੇ ਵਿੱਚ ਉਹਨਾਂ ਦੀ ਆਪਸੀ ਬਰਾਬਰ ਕਲੈਕਟਿਵ ਲੀਡਰਸ਼ਿਪ ਚੱਲ ਰਹੀ ਸੀ। ਉਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੀ ਸਨ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਦਾਰ ਸਰਜੀਤ ਸਿੰਘ ਬਰਨਾਲਾ ਵੀ ਸਨ, ਉਦੋਂ ਵੱਡੇ ਲੀਡਰਾਂ ਦੇ ਵਿੱਚ ਹੋਰ ਵੀ ਵੱਡੇ ਲੀਡਰ ਸਨ। ਉਦੋਂ ਉਹ ਉਸ ਤਰ੍ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਸਨ। ਤੇ ਉਸ ਵੇਲੇ ਜਿਹੜਾ ਹੈਗਾ ਪੋਲੀਟੀਕਲ ਲੀਡਰਸ਼ਿਪ ਨੇ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਲਈ, ਇੱਕ ਦੂਜੇ ਤੋਂ ਅੱਗੇ ਲੰਘ ਕੇ ਆਪਣੀ ਤਾਕਤ ਮਜ਼ਬੂਤ ਕਰਨ ਦੇ ਲਈ ਉਹ ਸਮਝੌਤੇ ਕੀਤੇ ਗਏ ਤੇ ਉਹਦਾ ਖਮਿਆਜਾ ਸਮੁੱਚੇ ਪੰਜਾਬ ਨੂੰ
ਔਰ ਅਕਾਲੀ ਦਲ ਨੂੰ ਵੀ ਭੁਗਤਣਾ ਪਿਆਗਾ। ਬੇਸ਼ੱਕ ਲੀਡਰਸ਼ਿਪ ਆਪਣੇ ਆਪ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕੋ ਇੱਕ ਲੀਡਰ ਸਥਾਪਿਤ ਜ਼ਰੂਰ ਹੋ ਗਏ, ਪਰੰਤੂ ਉਹਦਾ ਨੁਕਸਾਨ ਵੀ ਹੋਇਆ, ਪੰਜਾਬ ਦੇ ਲਈ ਵੀ ਹੋਇਆ, ਅਕਾਲੀ ਦਲ ਲਈ ਵੀ ਹੋਇਆ। ਜੀ ਭਿੰਡਰ ਸਾਹਿਬ। ਬਿਲਕੁਲ, ਅਕਾਲੀ ਦਲ ਇਹ ਬੜੇ ਫਖਰ ਨਾਲ ਗੱਲ ਕਰਦਾ ਰਿਹਾ ਕਿ ਅਸੀਂ ਜਿਹੜੀ ਬੀਜੇਪੀ ਨੂੰ ਸਪੋਰਟ ਬਿਨਾਂ ਸ਼ਰਤ ਦਿੱਤੀ ਹੈ, ਤੇ ਹਿੰਦੁਸਤਾਨ ਦੀਆਂ ਖੇਤਰੀਆਂ ਸ਼ਾਇਦ ਪਾਰਟੀਆਂ ਦੇ ਵਿੱਚੋਂ ਅਕਾਲੀ ਦਲ ਪਹਿਲੀ ਅਜਿਹੀ ਪਾਰਟੀ ਸੀ ਜਿਹਨੇ ਸਭ ਤੋਂ ਪਹਿਲਾਂ ਇਹ ਅਟਲ ਬਿਹਾਰੀ ਵਾਜਪਾਈ ਦੇ ਹੱਕ ਦੇ ਵਿੱਚ ਇੱਕ ਤਰ੍ਹਾਂ ਸਿਆਸੀ ਨਾਅਰਾ ਦਿੱਤਾ ਸੀ। ਪਰੰਤੂ ਇਸ ਤੋਂ ਬਾਅਦ ਅਕਾਲੀ ਲੀਡਰਸ਼ਿਪ ਇਹ ਵੀ ਵਾਰ-ਵਾਰ ਕਹਿੰਦੀ ਰਹੀ, ਕਈ ਸਾਲ ਕਹਿੰਦੀ ਰਹੀ ਕਿ ਬੀਜੇਪੀ ਤੇ ਅਕਾਲੀ ਦਲ ਦਾ ਜਿਹੜਾ ਰਿਸ਼ਤਾ ਹੈ ਆਪਸ ਦੇ ਵਿੱਚ ਉਹ ਨਹੁੰ ਵਾਸਤ ਹੈ। ਡਾਕਟਰ ਸਾਹਿਬ, ਇੱਕ ਬੰਨੇ ਤਾਂ ਅਸੀਂ ਕੋਈ ਸ਼ਰਤ ਨਹੀਂ ਰੱਖੀ ਕਿ ਅਸੀਂ ਜਿਹੜਾ ਸਮਝੌਤਾ ਕਰ ਰਹੇ ਹਾਂ, ਜਿਹੜੀ ਤੁਹਾਨੂੰ ਸਿਆਸੀ ਸਪੋਰਟ ਦੇ ਰਹੇ ਹਾਂ, ਕਿਉਂਕਿ ਮੈਂਬਰ ਪਾਰਲੀਮੈਂਟ ਉਸ ਵੇਲੇ ਅਕਾਲੀ ਦਲ ਦੇ ਸਨ, ਤਾਂ ਬੜੀ ਬੀਜੇਪੀ ਨੂੰ ਲੋੜ ਸੀ। ਬੀਜੇਪੀ ਉੱਤੇ ਕਈ ਤਰ੍ਹਾਂ ਦੇ ਉਸ ਸਮੇਂ ਦੋਸ਼ ਸਨ, ਖਾਸ ਕਰਕੇ ਧਰਮ ਨਿਰਪੱਖਤਾ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲਾਂ ਦੇ ਵਿੱਚ ਬੀਜੇਪੀ ਖੜੀ ਸੀ, ਤੇ ਅਕਾਲੀ ਦਲ ਨੇ ਉਸ ਵੇਲੇ ਆਪਣੀ ਹਿੱਕ ਠੋਕ ਕੇ ਬੀਜੇਪੀ ਦੀ ਸਪੋਰਟ ਕੀਤੀ ਕਿ ਬਿਨਾਂ ਸ਼ਰਤ ਅਸੀਂ ਸਾਰੀ ਸਪੋਰਟ ਦੇ ਰਹੇ ਹਾਂ। ਤੇ ਫਿਰ 9 ਮਾਸ ਦਾ ਰਿਸ਼ਤੇ ਦੀ ਗੱਲ ਵੀ ਚੱਲਦੀ ਰਹੀ, ਪਰੰਤੂ ਨਿਭ ਨਹੀਂ ਸਕੀ ਅਕਾਲੀ ਦਲ ਦੀ। ਕਿਵੇਂ ਸਾਰਾ ਉਹ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਕਿ ਉਸ ਵੇਲੇ ਜਿਹੜਾ ਪੋਲੀਟੀਕਲ ਲੀਡਰਸ਼ਿਪ ਦੇ ਵਿੱਚ ਅੱਗੇ ਵਧਣ ਦਾ ਜਾਂ ਇੱਕ ਬਣਨ ਦਾ ਜਾਂ ਇੱਕ ਸੁਪਰੀਮ ਬਣਨ ਦਾ ਜਿਹੜਾ ਰੇਸ ਲੱਗੀ ਹੋਈ ਸੀ, ਤੁਹਾਨੂੰ ਪਤਾ ਹੋਊਗਾ ਜਦੋਂ ਤਖਤ ਸਰਦਾਰ ਗੁਰਚਰਨ ਸਿੰਘ ਟੌਹੜਾ ਪੰਥ ਰਤਨ ਅਕਾਲੀ ਦਲ ਦੇ ਵਿੱਚ ਉਹ ਵੱਖੋ ਵੱਖਰੇ ਮਸਲੇ ਕਈ ਵਾਰ ਅਜਿਹੇ ਆਪਣੇ ਬਿਆਨ ਦਿੰਦੇ ਸੀ, ਉਠਾਉਂਦੇ ਰਹਿੰਦੇ ਸਨ, ਪਰੰਤੂ ਜਿਉਂ ਹੀ ਉਹਨਾਂ ਨੂੰ ਪਾਸੇ ਕੀਤਾ ਗਿਆ ਤੇ ਦੂਸਰੇ ਦਰਜੇ ਦੀ ਜਾਂ ਤੀਜੇ ਦਰਜੇ ਦੀ ਲੀਡਰਸ਼ਿਪ ਜਿਹੜੀ ਹੈਗੀ ਸੀ ਉਹ ਇੰਨੀ ਰਾਈਜ਼ ਹੋ ਗਈ ਤੇ ਉਹਨਾਂ ਨੂੰ ਇੰਨੀਆਂ ਸ਼ਕਤੀਆਂ ਮਿਲ ਗਈਆਂ ਤੇ ਉਹਨਾਂ ਨੇ ਅਸਲ ਦੇ ਵਿੱਚ ਮਸਲਿਆਂ ਵੱਲ ਤਾਂ ਕੋਈ ਧਿਆਨ ਹੀ ਨਹੀਂ ਦਿੱਤਾ। ਉਸ ਵੇਲੇ ਤਾਂ ਲੀਡਰਸ਼ਿਪ ਦਾ ਇਹ ਹਾਲ ਸੀਗਾ, ਜਿਹੜੇ SGPC ਦੇ ਮੈਂਬਰ ਆਮ ਤੁਰੇ ਫਿਰਦੇ ਸਨ, ਉਹਨਾਂ ਨੂੰ ਸਰਕਾਰ ਨੇ ਆਪਣੇ ਪੱਧਰ ਦੇ ਉੱਪਰ ਸਕਾਰਪੀਓ ਗੱਡੀਆਂ ਤੇ ਮੋਬਾਈਲ ਫੋਨ ਦਿੱਤੇ ਤੇ ਸਿਕਿਉਰਿਟੀ ਮੁਹੱਈਆ ਕਰਾ ਦਿੱਤੀ। ਉਹ ਲੀਡਰਸ਼ਿਪ ਬਣ ਗਈ ਸੀ। ਇਸ ਤਰ੍ਹਾਂ ਦੀ ਲੀਡਰਸ਼ਿਪ ਜਿਹੜੀ ਉਸ ਦੌਰ 'ਚ ਉੱਭਰੀ ਹੈ, ਇਸ ਦੇ ਕਾਰਨ ਵੀ ਕਈ ਸੰਕਟ ਜਿਹੜੇ ਖੜੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਤੇ ਹੋਰ ਲੀਡਰਾਂ ਦੇ ਲਈ ਵੀ ਜਿਹੜੇ ਹੈਗਾ ਉਹ ਇੰਨੇ ਪਾਵਰਫੁਲ ਹੋ ਗਏ ਸਨ ਤੇ ਉਹਨਾਂ ਦਾ ਜਿਹੜੇ ਸਿਧਾਂਤਾਂ ਨਾਲ ਕੋਈ ਸੰਬੰਧ ਨਹੀਂ ਸੀਗਾ ਤੇ ਸਿਰਫ ਉਹ ਆਪਣੀ ਜਥੇਦਾਰੀ ਜਾਂ ਆਪਣੀ ਲੀਡਰੀ ਚਮਕਾਉਣ ਦੇ ਲਈ ਲੱਗੇ ਰਹੇ ਨੇ ਤੇ ਇਹਦਾ ਖਮਿਆਜਾ ਵੀ ਭੁਗਤਿਆ ਗਿਆ। ਭੁਪਿੰਦਰ ਸਾਹਿਬ, WhatsApp ਜਿਹੜਾ ਆਪਾਂ ਜ਼ਿਕਰ ਕਰ ਰਹੇ ਸੀ ਕਿ ਅਕਾਲੀ ਦਲ ਵੱਲੋਂ ਸਥਾਪਨਾ ਦਿਹਾੜਾ ਮਨਾਉਣ ਲਈ ਅੱਜ ਦਰਬਾਰ ਸਾਹਿਬ ਸਮੂਹ ਅੰਮ੍ਰਿਤਸਰ ਵਿਖੇ ਜਿਹੜੇ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਾਰੰਭ ਕਰ ਦਿੱਤੇ ਗਏ ਨੇ। ਪਰਸੋਂ ਵੱਡੇ ਪੱਧਰ ਉੱਤੇ ਜਸ਼ਨ ਹੋਣਗੇ, ਮਨਾਏ ਜਾਣਗੇ, ਭੋਗ ਪਵੇਗਾ ਤੇ ਅਕਾਲੀ ਲੀਡਰਸ਼ਿਪ ਮੰਥਨ ਕਰੇਗੀ, ਤਕਰੀਰਾਂ ਹੋਣਗੀਆਂ। ਤੇ ਆਪਾਂ ਨਾਲ ਹੀ ਗੱਲ ਕਰ ਰਹੇ ਹਾਂ ਕਿ ਅਲਾਇੰਸ ਉੱਤੇ ਅਕਾਲੀ ਦਲ ਦਾ ਕਿਵੇਂ ਰਿਹਾ ਬੀਜੇਪੀ ਨਾਲ ਇੱਕ ਅਕਾਲੀ ਦਲ ਦਾ ਅੱਜ ਵੀ ਅਲਾਇੰਸ ਹੈ। ਅਕਾਲੀ ਦਲ ਸੰਯੁਕਤ ਜਿਸ ਦੀ ਅਗਵਾਈ ਇਸ ਵੇਲੇ ਸੁਖਦੇਵ ਸਿੰਘ ਢੀਂਡਸਾ ਕਰ ਰਹੇ ਨੇ। ਡਾਕਟਰ ਸਾਹਿਬ, ਬੀਜੇਪੀ ਤੇ ਅਕਾਲੀ ਦਲ ਦਾ ਅਲਾਇੰਸ ਕਿਤੇ ਨਾ ਕਿਤੇ ਹਾਲੇ ਵੀ ਉਹ ਸਾਹ ਲੈ ਰਿਹਾ ਜੀ। ਪਿੰਡਰ ਸਾਹਿਬ, ਉਹ ਤਾਂ ਠੀਕ ਹੈ, ਬੇਸ਼ੱਕ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਸੰਯੁਕਤ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਿਰਾਸਤ ਦਾ ਪਹਿਰੇਦਾਰ ਕਿਹਾ ਹੈਗਾ, ਪਰ ਕੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਇਹਨਾਂ ਪ੍ਰਸਥਿਤੀਆਂ ਦੇ ਵਿੱਚ ਜਦੋਂ ਕਿ ਕੇਂਦਰੀਕਰਨ ਦਾ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਹੋਵੇ, ਉਹ ਆਪਣੀ ਰਾਜਨੀਤੀ ਕਿਸ ਤਰ੍ਹਾਂ ਚਲਾਉਣਗੇ ਫੈਡਰਲਿਜ਼ਮ ਨੂੰ ਪਾਸੇ ਕਰਕੇ, ਜਾਂ ਕੀ ਉਹ ਇੰਨਾ ਅੱਗੇ ਵੱਧ ਜਾਣਗੇ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਉੱਪਰ ਤਿੱਖਾ ਹਮਲਾਵਰ ਹੋਵੇਗਾ ਕਿ ਫੈਡਰਲਿਜ਼ਮ ਨੂੰ ਤੋੜ ਰਿਹਾ। ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਉਤਪੰਨ ਹੋ ਰਹੀਆਂ ਨੇ ਤੇ ਨਾ ਹੀ ਹਾਲ ਤੱਕ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਵੱਡੀ ਕੋਈ ਸਰਗਰਮੀ ਦਿਖਾਈ ਹੈ। ਉਹ ਠੀਕ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਜ਼ਰੂਰ ਹੁੰਦਾ ਰਹਿਣਾਗਾ ਕੇਂਦਰੀ ਸੱਤਾ ਦੇ ਕੇਂਦਰੀ ਪਾਰਟੀ ਦੇ ਨਾਲ, ਕਿਸੇ ਵੀ ਪਾਰਟੀ ਨਾਲ ਹੋ ਸਕਦਾ, ਬੀਜੇਪੀ ਨਾਲ, ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵੀ ਹੋ ਸਕਦਾ। ਇਹ ਤਾਂ ਆਉਣ ਵਾਲੀਆਂ ਪ੍ਰਸਥਿਤੀਆਂ ਦੱਸਦੀਆਂ ਨੇ, ਪਰੰਤੂ ਗੱਲ ਪੰਜਾਬ ਦੇ ਹਿੱਤਾਂ ਲਈ, ਪੰਜਾਬ ਦੇ ਪਾਣੀਆਂ ਲਈ, ਪੰਜਾਬ ਦੀ ਭਾਸ਼ਾ ਲਈ, ਸੱਭਿਆਚਾਰ ਲਈ ਇਹ ਆਪਣੀਆਂ ਸ਼ਰਤਾਂ ਦੇ ਉੱਪਰ ਸਮਝੌਤਾ ਕੀਤਾ ਜਾ ਸਕਦਾ, ਨਾ ਕਿ ਉਹਨਾਂ ਦੀਆਂ ਸ਼ਰਤਾਂ ਦੇ ਉੱਪਰ। ਬਿਲਕੁਲ, ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਨੈਸ਼ਨਲ ਪੱਧਰ ਦਾ ਅਲਾਇੰਸ ਇਸ ਵੇਲੇ ਚੱਲ ਰਿਹਾ, ਪਿਛਲੀ ਜਿਹੜੀ ਚੋਣਾਂ ਲੜੀਆਂ ਅਕਾਲੀ ਦਲ ਬਾਦਲ ਨੇ, ਉਹ ਬਹੁਜਨ ਸਮਾਜ ਪਾਰਟੀ ਨਾਲ। ਖੈਰ, ਆਪਾਂ ਦੋ ਅਕਾਲੀ ਦਲ ਦਾ ਜ਼ਿਕਰ ਕੀਤਾ, ਇੱਕ ਅਕਾਲੀ ਦਲ ਬਾਦਲ ਜਿਹਦਾ ਸਮਝੌਤਾ ਇਸ ਵੇਲੇ ਅਲਾਇੰਸ ਨੈਸ਼ਨਲ ਪੱਧਰ ਉੱਤੇ BSP ਨਾਲ ਹੈ, ਤੇ ਦੂਜੇ ਬੰਨੇ ਅਕਾਲੀ ਦਲ ਇਹ ਵੀ ਵੱਡੇ ਪੱਧਰ ਤੇ ਹੋਕਾ ਦੇ ਰਿਹਾ ਕਿ ਅਸੀਂ ਖੇਤਰੀ ਪਾਰਟੀ ਵਜੋਂ ਅੱਗੇ ਵਧਣਾ ਹੈ। ਤੇ ਸੰਯੁਕਤ ਅਕਾਲੀ ਦਲ ਦਾ ਜਿਹੜਾ ਅਲਾਇੰਸ ਉਹ BJP ਨਾਲ ਜ਼ਰੂਰ ਬਣਿਆ ਹੋਇਆ। ਡਾਕਟਰ ਸਾਹਿਬ, ਤੁਸੀਂ ਇਹ ਸਾਰੇ ਪਹਿਲੂਆਂ ਉੱਤੇ ਵਿਸਤਾਰਪੂਰਵਕ ਜਿਹੜੀ ਜਾਣਕਾਰੀ ਸਾਂਝੀ ਕੀਤੀ। ਚੈਨਲ E ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸ਼ੁਕਰੀਆ।
ई मिशन पंजाबी।